हेलो दोस्तों, लास्ट ਲੈਕਚਰਸ ਦੇ ਵਿੱਚ ਆਪਾਂ ਘਨ ਬਾਰੇ ਗੱਲ ਕੀਤੀ ਸੀ। ਆਪਾਂ ਬੜੀ ਚਰਚਾ ਕੀਤੀ ਸੀ ਕਿ ਕਿਸੇ ਸੰਖਿਆ ਦਾ ਘਨ 6 ਦਾ ਘਨ मतलब 6 ਦੀ ਘਾਤ 3, 6 ਦੀ 3 ਵਾਰ ਗੁਣਾ, 6 ਕਮ 6 की 36, 36 6 का 216 ਤਾਂ ਘਨ ਦਾ मतलब 3 ਵਾਰ ਗੁਣਾ। ਆਪਾਂ ਬੜੀ ਡਿਟੇਲਸ ਗੱਲ ਕੀਤੀ ਸੀ। ਆਪਾਂ ਦੇਖਿਆ ਸੀ ਕਿਹੜੀਆਂ ਸੰਖਿਆਵਾਂ ਪੂਰਨ ਘਨ ਹਨ ਜਾਂ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਗੁਣਾ ਜਾਂ ਵੰਡ ਕਰੀਏ ਕਿ ਸੰਖਿਆ ਪੂਰਨ ਘਨ ਬਣ ਜਾਵੇ। ਆਪਾਂ ਗੱਲ ਕੀਤੀ ਸੀ। ਥੋੜਾ ਜਿਹਾ ਮੈਂ ਡਿਟੇਲ ਦੁਬਾਰਾ ਲਿਖ ਰਿਹਾ। 1 ਦਾ ਘਨ 1, 2 ਦਾ 2 दूनी 4 दूनी 8, 3 ਦਾ ਘਨ 27, 4 ਦਾ ਘਨ 64, 5 ਦਾ ਘਨ 125, 6 ਦਾ ਘਨ 216, 7 ਦਾ ਘਨ 343, 8 ਦਾ ਘਨ 512, 9 ਦਾ ਘਨ 729, 10 ਦਾ ਘਨ 1000। ਆਪਾਂ ਪਹਿਲੇ 10 ਸੰਖਿਆਵਾਂ ਤੇ ਗੱਲ ਕਰਦੇ ਹਾਂ। ਇਹ ਤਾਂ ਸੀ ਘਨ। ਹੁਣ ਆਪਾਂ ਗੱਲ ਕਰਨੀ ਹੈ ਘਨ ਮੂਲ ਦੀ। क्यूब रूट घन मूल की है। अगर 1 का घन 1 है तो उल्टा 1 का घन मूल 1 हो गया। 2 का घन 8 है तो उल्टा 8 का घन मूल की हो गया 2 हो गया। 3 का घन 27 है तो 27 का घन मूल कितना हो गया 3 हो गया। सेम 4 का घन 64 है, 64 का घन मूल कितना हो गया 4। 5 का घन 125, 125 का घन मूल 5। 6 का घन 216, 216 का घन मूल 6। 7 का घन 343, 343 का घन मूल 7। 8 का घन 512, 512 का घन मूल 8। 9 का घन 729, 729 का घन मूल 9। 10 का घन 1000, 1000 का घन मूल 10। ਆਪਾਂ ਇਹ ਗੱਲ ਕਰਨੀ ਹੈ। ਸੇਮ ਸਿਸਟਮ ਚੱਲ ਰਿਹਾ ਆਪਣਾ ਵਰਗ ਤੇ ਵਰਗਮੂਲ ਦਾ। ਤਾਂ ਹੁਣ ਇੱਥੇ ਕੁਐਸਚਨ ਹੈ, ਬੜਾ ਇੰਪੋਰਟੈਂਟ ਚੀਜ਼ ਦੇਖੋ ਧਿਆਨ ਨਾਲ। ਆਪਣੇ ਅਖੀਰਲੇ ਅੰਕ ਦੇਖੋ ਘਨ ਦੇ ਇਕਾਈ ਦੇ, ਚੈੱਕ ਕਰਕੇ ਦੇਖੋ ਸਾਰੇ ਅਲੱਗ-ਅਲੱਗ ਨੇ, ਹੈ ਨਾ। 1 ਦਾ 1 ਇੱਥੇ ਤਾਂ ਹੋਰ 1 ਕਿਤੇ ਨਹੀਂ ਹੈਗਾ। 2 ਦਾ 8 ਹੈ, ਕਿਤੇ ਨਹੀਂ ਹੈਗਾ। 3 ਦਾ 27 ਹੈ, ਪਿੱਛੇ 7 ਆ ਗਿਆ, ਹੋਰ ਕਿਤੇ ਨਹੀਂ ਹੈਗਾ। ਤਾਂ ਜਿਹੜੇ ਸਾਰੇ ਅੰਕ ਨੇ 1, 8, 7, 4, 5, 6, 3, 2, 9, 0 ਸਾਰੇ ਦੇ ਸਾਰੇ ਇਕਾਈ ਦੇ ਜਿਹੜੇ ਅੰਕ ਨੇ ਉਹ ਕੀ ਨੇ ਅਲੱਗ-ਅਲੱਗ ਨੇ, ਅਲੱਗ-ਅਲੱਗ ਨੇ। ਤਾਂ ਹੁਣ ਆਪਾਂ ਜੋ ਗੱਲ ਕਰਨੀ ਹੈ ਇਹਨੂੰ ਵਰਤਣਾ ਹੈ, ਉਹ ਕਿਵੇਂ ਵਰਤਣਾ ਹੈ? ਘਨ ਮੂਲ ਨੂੰ ਹੱਲ ਕਰਨ ਦੇ 2 ਤਰੀਕੇ ਹੈ। ਸਭ ਤੋਂ ਪਹਿਲਾ ਤਰੀਕਾ ਡਾਇਰੈਕਟ ਮੈਥਡ, ਪ੍ਰਤੱਖ ਵਿਧੀ ਜਿਸ ਨੂੰ ਆਪਾਂ ਬੋਲਦੇ ਹਾਂ, ਸ਼ਾਰਟਕਟ ਮੈਥਡ ਵੀ ਹੈ। ਇਹਦੀ ਖਾਸੀਅਤ ਪਤਾ ਕੀ ਹੈ? ਅਗਰ ਸੰਖਿਆ ਪੂਰਨ ਘਨ ਹੈ ਤਾਂ ਇਹ ਵੈਲਿਡ ਹੈ। ਤਾਂ ਸ਼ਰਤ ਇਹ ਹੈ ਕਿ ਜੋ ਸੰਖਿਆ ਹੈ ਨਾ ਉਹ ਪੂਰਨ ਘਨ ਹੋਣੀ ਚਾਹੀਦੀ ਹੈ। ਅਗਰ ਉਹ ਪੂਰਨ ਘਨ ਨਹੀਂ ਹੈਗੀ ਤਾਂ ਇਹ ਵੈਲਿਡ ਨਹੀਂ ਹੈਗੀ। ਕੀ ਤਰੀਕਾ ਹੈ? 3375 ਮੈਂ ਇੱਕ ਸੰਖਿਆ ਲੈ ਕੇ ਚੱਲ ਲਿਆ, ਉਹਦਾ ਘਨ ਮੂਲ ਪਤਾ ਕਰਨਾ ਹੈ। 3375 ਆਪਾਂ ਇੱਕ ਸੰਖਿਆ ਲੈ ਲਈ, ਉਹਦਾ ਘਨ ਮੂਲ ਪਤਾ ਕਰਨਾ ਹੈ। ਹੁਣ ਇਹ ਸੰਖਿਆ ਪੂਰਨ ਘਨ ਹੈ, ਇਹ ਤਾਂ ਹੀ ਇਹਦਾ ਹੱਲ ਹੋ ਸਕਦਾ ਹੈ। ਤਾਂ ਇਹਦਾ ਘਨ ਮੂਲ ਕਿਵੇਂ ਪਤਾ ਕਰਾਂਗੇ? ਪਹਿਲਾ ਸਟੈਪ, ਇਹਨੂੰ ਆਪਾਂ 2 ਗਰੁੱਪਾਂ 'ਚ ਵੰਡਾਂਗੇ, 2 ਸਮੂਹਾਂ ਦੇ ਵਿੱਚ ਵੰਡਾਂਗੇ। ਕਿਵੇਂ ਕਿਵੇਂ? ਪਹਿਲਾ ਸਮੂਹ ਸੱਜੇ ਪਾਸੇ ਤੋਂ 3 ਅੰਕ ਦਾ। ਜਿਹੜਾ ਪਹਿਲਾ ਸਮੂਹ ਹੈ ਸੱਜੇ ਪਾਸੇ ਤੋਂ 3 ਅੰਕਾਂ ਦਾ ਹੈ। ਕਿਵੇਂ? ਆਪਾਂ ਲਿਖਿਆ ਹੈ 3375, ਸੱਜਾ ਪਾਸਾ ਇਧਰੋਂ, ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਇਕਾਈ ਦੇ ਅੰਕ ਤੋਂ 3 ਅੰਕ 1 2 3 ਇਹ ਅੱਡ ਹੋ ਗਿਆ।
पहला समूह यह है कि सज्जे पासे तो या इकाई अंक तो 3 अंक, ते दूसरा समूह बचे अंक, जेड़े अंक बच गए। तो पहला समूह हो गया 375, दूजा समूह हो गया 3, अपने को की बच गया 3 बच गया। ठीक होगी। तो पहला तो काम करना है, 2 समूहों च वंडना है, पिछों 3, उदू बाद जो बच गए। क्लीयर। देखो बड़ा सौखा जा काम है। ਇਹਦੇ ਪਿੱਛੇ ਕੀ ਹੈ 5 ਹੈ, 5 ਹੈ, ਕਿਹਦਾ ਘਨ 5 ਆ ਰਿਹਾ ਹੈ, ਇਹਦਾ ਘਨ 5 ਆ ਰਿਹਾ ਨਾ, ਇਹ ਕਿਹਦਾ 5 ਦਾ। ਤਾਂ ਇਹਦਾ ਮਤਲਬ ਜਦੋਂ ਇਹਦੇ ਘਨ ਮੂਲ ਦੀ ਗੱਲ ਕਰਾਂਗੇ, ਪਿਛਲਾ ਅੱਖਰ ਜੋ ਇਕਾਈ ਦਾ ਅੰਕ ਹੈ, ਜੋ ਵੀ ਇਸ ਸੰਖਿਆ ਦਾ ਘਨ ਮੂਲ ਹੋਣਾ ਹੈ, ਉਹਦੇ ਇਕਾਈ ਦਾ ਅੰਕ ਕੀ ਆਊਗਾ 5 ਆਊਗਾ। ਪਹਿਲਾ ਸਟੈਪ। ਦੂਜਾ 3 ਕਿਹਦੇ ਵਿੱਚ ਹੈ, ਇੱਧਰ ਦੇਖੋ, ਇਹਨਾਂ ਦੋਹਾਂ ਦੇ ਵਿਚਕਾਰ ਜੋ 3 ਹੈ ਉਹ ਕਿਹਦੇ ਵਿਚਕਾਰ ਹੈ, 3, 1 ਅਤੇ 8 ਵਿਚਕਾਰ ਹੈ। मतलब 1 ਲੈਸ ਦੈਨ 3 ਲੈਸ ਦੈਨ 8। 1 ਕਿਹਦਾ ਘਨ ਹੈ, 1 ਦਾ। 8 ਕਿਹਦਾ ਘਨ ਹੈ, 2 ਦਾ। ਤਾਂ ਅਸਲ ਦੇ ਵਿੱਚ ਜਿਹੜਾ 3 ਹੈ, ਜਿਹੜੀ ਵੀ ਸੰਖਿਆ ਦਾ ਘਨ ਹੋਣਾ ਹੈ ਜਾਂ 3 ਦਾ ਘਨ ਮੂਲ 1 ਅਤੇ 2 ਦੇ ਵਿਚਕਾਰ ਹੋਣਾ ਹੈ, ਤਾਂ ਆਪਾਂ ਛੋਟੀ ਸੰਖਿਆ ਲੈ ਕੇ ਚੱਲਾਂਗੇ। ਤਾਂ ਛੋਟੀ ਸੰਖਿਆ ਕੀ ਆ ਗਈ 1, ਤਾਂ ਇਹਦਾ ਘਨ ਮੂਲ ਕਿੰਨਾ ਆ ਗਿਆ 15 ਆ ਗਿਆ। ਦੇਖੋ ਹੋਰ ਉਦਾਹਰਨ, ਕੋਈ ਗੱਲ ਨਹੀਂ, ਥੋੜਾ ਸਮਝਣ ਤੇ ਟਾਈਮ ਲੱਗਦਾ ਹੈ। ਉਦਾਹਰਨ ਮੈਂ ਲੈ ਰਿਹਾ। अगली उदाहरण है 2744। पहला समूह पिछले पास्यों 3 अंक, 744। दूजा समूह जो बच गया इत्थे 4 है, किहदा घन 4 है, देखो 64 का, ते उहदा किहदा घन मूल है वो 4 का। तो जदों इहदा घन मूल कड्डांगे, इत्थे कितना आ गया 4। 2 किहदे विचकार है, 1 ਤੇ 8 ਦੇ, 1 ਤੇ 8 ਦੇ। ਤਾਂ 1 2 2 ਦੀ 3, 1 ਨੂੰ ਆਪਾਂ 1 ਦੀ ਘਾਤ 3 ਲਿਖ ਸਕਦੇ ਹਾਂ, 8 ਨੂੰ ਆਪਾਂ 2 ਦੀ ਘਾਤ 3 ਲਿਖ ਸਕਦੇ ਹਾਂ। ਤਾਂ ਜਿਹੜਾ 2 ਦਾ ਘਨ ਮੂਲ ਹੈ ਉਹ 1 ਅਤੇ 2 ਦੇ ਵਿਚਕਾਰ ਹੈ। ਤਾਂ ਛੋਟਾ ਕਿਹੜਾ ਆ ਗਿਆ, 1 ਆ ਗਿਆ। ਤਾਂ ਇਹਦਾ ਮਤਲਬ 2744 ਦਾ ਜਿਹੜਾ ਘਨ ਮੂਲ ਹੈ ਉਹ ਕਿੰਨਾ ਹੈ, 14 ਹੈ। ਹੋਰ ਉਦਾਹਰਨ ਆਪਾਂ ਲੈ ਕੇ ਚੱਲਦੇ ਹਾਂ ਇੱਥੇ। अगली उदाहरण ले रहे हैं आप संख्या की, थोड़ी जी वड्डी संख्या लेके चलते हैं, होर समझ आ जू। 19,683 का घन मूल। देखो पहली शर्त जिहड़ी हैगी है, अगर आप डायरैक्ट मैथड करना है तो यह पूर्ण घन होना चाहिए। यदि पहली शर्त है, अगर यह पूर्ण घन नहीं हैगा तो आंसर सही नहीं आना। पहली शर्त जो पूर्ण घन संख्या है ਤਾਂ ਹੀ ਆਪਾਂ ਇਹਦਾ ਘਨ ਮੂਲ ਕੱਢ ਸਕਦੇ ਹਾਂ। ਤਾਂ 19,683 ਪਹਿਲਾ ਸਟੈਪ, 2 ਸਮੂਹ ਬਣਾਓ। ਸਮੂਹ ਕਿਵੇਂ ਬਣਨਗੇ, ਇਧਰਲੇ ਪਾਸਿਓਂ 3 ਅੰਕ ਕੱਢ ਕਰਤੇ। ਪਹਿਲਾ ਸਮੂਹ 683, ਦੂਜਾ ਸਮੂਹ ਜੋ ਪਿੱਛੇ ਬਚ ਗਿਆ, ਪਿੱਛੇ ਕਿੰਨਾ ਬਚ ਗਿਆ 19। ਤਾਂ ਹੁਣ ਇਹਦਾ ਘਨ ਮੂਲ, ਇਕਾਈ ਦਾ ਅੰਕ 3 ਕਿੱਥੇ ਆ, ਦੇਖੋ ਧਿਆਨ ਨਾਲ 3 ਚੈੱਕ ਕਰੋ। पिछला अंक 3 देखो आ रहा, किस दा 7 का। तो यदा मतलब ये घन मूल की थां ते कितना आ गया 7। सिर्फ इकाई का अंक देखना है, उस तो बाद किहड़ा उहदा घन मूल आओ देखो 7। 19 किहदे विचकार है, इधर देखो ये विचकार 8 ते 27 दे, 8 ते 27 दे विचकार। 8 किहदा घन मूल है 2 का, 27 किहदा 3 का। तो यदा मतलब 19 का जिहड़ा घन मूल होगा 2 ते 3 दे विच होगा। तो छोटी संख्या की आ गई 2। तो जिहड़ा इहदा घन मूल आ गया वो कितना आ गया 27 आ गया। इत्थे एक गल होर करांगे आपां, जदों आपां वर्गमूल की गल करदे सी तां वर्गमूल का निशान आह सी। कोई भी एक संख्या ले रहा मैं 196 का वर्गमूल, तो आपां आ निशान पा के 196 उहदे विच पांदे सी। हुण घन मूल जिवें मैं इहदी गल कीती है 19,683 का घन मूल, तो घन मूल का की निशान है 3। आ चीज एक जो गल ध्यान रखनी है, 3 इस निशान के विचकार है,
ਇਹਨੂੰ ਆਏ नहीं लिखना, ये गलत है, ये गलत है। ये क्यों नहीं लिखना, ये तुसी 9वीं क्लास डिटेल च गल करोगे। ये तो 3 दी देखो, ਇਹਦਾ मतलब तो यह हो गया 3 ਅਤੇ वर्गमूल 19,683 ਦੀ गुना। ਤਾਂ ਜਦੋਂ ਘਨਮੂਲ ਦੇ ਨਿਸ਼ਾਨ ਪਾਣਾ ਹੈ ਤਾਂ 3 ਦੇਖੋ ਧਿਆਨ ਨਾਲ ਇਸ ਨਿਸ਼ਾਨ ਦੇ ਵਿੱਚ ਪਾਣਾ ਹੈ। ਇਸ ਗੱਲ ਨੂੰ ਬਹੁਤ ਧਿਆਨ ਰੱਖਣਾ ਹੈ। ਤਾਂ ਇਹ ਚੀਜ਼ ਦਾ ਧਿਆਨ ਰੱਖਿਓ, ਜੋ ਘਨਮੂਲ ਦਾ ਨਿਸ਼ਾਨ ਹੈ ਨਾ, ਉਸ ਟਾਈਮ ਜਿਹੜਾ 3 ਪੈਂਦਾ ਹੈ ਉਹ ਕਿੱਥੇ ਪੈਂਦਾ ਹੈ, ਉਹ ਵਿੱਚ ਪੈਂਦਾ ਹੈ। ਇੱਕ ਉਦਾਹਰਨ ਹੋਰ ਲੈ ਰਹੇ ਹਾਂ ਆਪਾਂ ਸ਼ਾਰਟਕਟ ਦੀ। ਇਹ ਸ਼ਾਰਟਕਟ ਮੈਥਡ ਹੈ, ਤੁਸੀਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤੁਸੀਂ ਕਿਸੇ ਵੀ ਐਗਜ਼ਾਮ ਦੀ ਜੋ ਤਿਆਰੀ ਕਰੋਗੇ ਉਹਦੇ ਲਈ ਬੜਾ ਕੰਮ ਆਉਂਦਾ ਹੈ। ਘਨਮੂਲ 91,125, 91,125 ਪਹਿਲਾ ਸਟੈਪ ਪਿੱਛੋਂ 3 ਅੰਕ। ਤਾਂ ਪਹਿਲਾ ਸਮੂਹ ਬਣ ਗਿਆ 125, ਦੂਜਾ ਸਮੂਹ ਬਣ ਗਿਆ 91। ਇਹਦਾ ਇਕਾਈ ਅੰਕ 5 ਹੈ। ਕਿਹਦਾ ਹੈ? ਇਸ ਦਾ। ਇਹ ਕਿਸਦਾ ਹੈ? ਅੱਗੇ 5 ਦਾ ਹੋ ਗਿਆ। 91 ਕਿਹਦੇ ਵਿੱਚ ਆ ਰਿਹਾ ਦੇਖੋ, 64 ਤੇ 125 ਦੇ। ਤਾਂ ਜੋ 91 ਆ ਗਿਆ 64 ਤੇ 125 ਦੇ ਵਿਚਕਾਰ ਹੈ। ਇਹ 4 ਦੀ ਘਾਤ 3, ਇਹ 5 ਦੀ ਘਾਤ 3। ਤਾਂ ਇਹਦਾ ਵਰਗਮੂਲ 4 ਤੇ 5 ਦੇ ਵਿਚਕਾਰ ਆ ਗਿਆ, ਤੇ ਛੋਟਾ ਕਿਹੜਾ ਇਹ ਚੋਂ 4। ਤਾਂ ਇਹਦਾ ਮਤਲਬ 91,125 ਦਾ ਜਿਹੜਾ ਘਨਮੂਲ ਹੈ ਉਹ ਕਿੰਨਾ ਹੈ? 45 ਹੈ। ਹੁਣ ਜਿਹੜੀ ਗੱਲ ਆਪਾਂ ਇੱਥੇ ਕੀਤੀ ਸੀ ਨਾ ਕਿ ਪਹਿਲੀ ਸ਼ਰਤ ਪੂਰਨ ਘਨ ਹੋਣਾ ਚਾਹੀਦਾ ਹੈ ਨਾ, ਇਹ ਮੈਂ ਕਿਉਂ ਕੀਤੀ ਸੀ ਮੈਂ ਦੱਸਦਾ। ਮੰਨ ਲਓ ਇਹਦੀ ਥਾਂ ਤੇ ਮੈਂ ਉਰੇ 92,125 ਲਿਖਤਾ, 93,125 ਲਿਖਤਾ, 93,575 ਲਿਖਤਾ, ਕੋਈ ਵੀ ਇੱਕ ਸੰਖਿਆ ਲੈ ਲਓ। ਮੈਂ 2 ਸੰਖਿਆਵਾਂ ਲੈ ਰਿਹਾ। ਦੇਖੋ ਪਿਛਲਾ ਸਮੂਹ, ਪਹਿਲਾ ਸਮੂਹ ਹੈ ਜਿਹੜਾ ਦੋਹਾਂ ਦੇ ਵਿੱਚ 125 ਤੇ 575 ਹੈ। ਇਕਾਈ ਦਾ ਅੰਕ 5 ਹੈ ਤਾਂ 5 ਆ ਗਿਆ ਹੈ ਨਾ। ਦੂਜੇ ਸਮੂਹ 'ਚ 92 ਤੇ 93 ਹੈ। ਹੁਣ 92 ਤੇ 93 ਵੀ ਇਹਦੇ ਵਿਚਕਾਰ ਹੈ, ਉਹ 4 ਆ ਗਿਆ। ਤਾਂ ਇਸ ਵਿਧੀ ਨਾਲ ਇਹਦਾ ਆਨਸਰ ਵੀ ਕੀ ਆਣਾ? 45 ਆਣਾ। ਤੇ ਗਲਤ ਹੈ। ਤਾਂ ਹੀ ਇਹ ਵਿਧੀ ਕਦੋਂ ਲੱਗਣੀ ਹੈ? ਇਹ ਵਿਧੀ ਉਸੇ ਟਾਈਮ ਲੱਗਣੀ ਹੈ ਜਦੋਂ ਪਹਿਲੀ ਸ਼ਰਤ ਕੀ ਹੈ, ਉਹ ਕੀ ਹੋਵੇ ਆਪਣੇ ਕੋਲੇ? ਪੂਰਨ ਘਨ ਹੋਵੇ। ਇਹ ਉਸੇ ਟਾਈਮ ਹੀ ਆਪਣੇ ਕੋਲੇ ਵਿਧੀ ਲੱਗਣੀ ਹੈ। ਹੁਣ ਆਪਾਂ ਚੱਲਦੇ ਹਾਂ ਦੂਜੀ ਵਿਧੀ ਤੇ, ਜੋ ਇਸ ਦੀ ਮੇਨ ਵਿਧੀ ਹੈ। ਉਹ ਵਿਧੀ ਹੈਗੀ ਹੈ ਅਭਾਜ ਗੁਣਨਖੰਡ ਵਿਧੀ। ਅਭਾਜ ਗੁਣਨਖੰਡ ਵਿਧੀ। ਆਪਾਂ ਨੂੰ ਪਤਾ ਹੈ 5 ਦਾ ਘਨ, 5 ਦੀ ਘਾਤ 3 125 ਹੈ, ਅਤੇ 125 ਦਾ ਘਨਮੂਲ 5 ਹੈ। ਠੀਕ ਹੈ। ਕਿਉਂ ਹੈ? ਜਦੋਂ ਆਪਾਂ ਵਰਗਮੂਲ ਦੀ ਗੱਲ ਕੀਤੀ ਸੀ, ਆਪਾਂ 2 ਜੋਟਿਆਂ ਦੇ ਵਿੱਚੋਂ ਇੱਕ ਸੰਖਿਆ ਬਾਹਰ ਕੱਢਦੇ ਸੀ ਕਿਉਂਕਿ ਵਰਗਮੂਲ ਸੀ। ਹੁਣ ਘਨਮੂਲ ਹੈ 125 ਕਿਹਦੇ ਬਰਾਬਰ ਆ ਗਿਆ? 5 ਗੁਣਾ 5 ਗੁਣਾ 5। ਤਾਂ ਤਿੱਕੜੀਆਂ ਦੇ ਵਿੱਚੋਂ ਇੱਕ ਨੂੰ ਬਾਹਰ ਕੱਢਾਂਗੇ। ਫਰਕ ਆਹੀ ਪੈ ਗਿਆ। ਵਰਗ 2 ਸੰਖਿਆ ਦੀ 2 ਵਾਰ ਗੁਣਾ ਕੀਤੀ, ਇੱਕ ਸੰਖਿਆ ਦੀ 2 ਵਾਰ ਗੁਣਾ ਕੀਤੀ। ਘਨ ਇੱਕ ਸੰਖਿਆ ਦੀ 3 ਵਾਰ ਗੁਣਾ ਕੀਤੀ। ਵਰਗਮੂਲ 2 ਦੇ ਵਿੱਚੋਂ ਇੱਕ ਸਾਂਝਾ ਕੱਢਿਆ, ਤੇ ਘਨਮੂਲ 3 ਦੇ ਵਿੱਚੋਂ ਇੱਕ ਸਾਂਝਾ ਕੱਢਿਆ। ਆਓ ਕੁਝ ਉਦਾਹਰਨਾਂ ਲੈ ਕੇ ਆਪਾਂ ਇਸ ਟੌਪਿਕ ਨੂੰ ਹੱਲ ਕਰਦੇ ਹਾਂ। ਤਾਂ ਹੁਣ ਆਪਾਂ ਐਗਜ਼ਾਮਪਲਾਂ ਲੈ ਕੇ ਚੱਲਦੇ ਹਾਂ। ਸਭ ਤੋਂ ਪਹਿਲਾ ਕੁਐਸਚਨ, ਅਭਾਜ ਗੁਣਨਖੰਡ ਵਿਧੀ ਰਾਹੀਂ ਘਨਮੂਲ ਪਤਾ ਕਰੋ। 10,648 ਆਪਾਂ ਇੱਕ ਸੰਖਿਆ ਲੈ ਕੇ ਚੱਲਦੇ ਹਾਂ। 2 ਦੇ ਪਹਾੜੇ ਤੇ ਵੰਡਿਆ, 5 ਦੂਣੀ 10, 3 ਦੂਣੀ 6, 2 ਦੂਣੀ 4, 4 ਦੂਣੀ 8। ਫਿਰ 2 ਤੇ ਵੰਡਿਆ, 2 ਦੂਣੀ 4, 13, 6 ਦੂਣੀ 12, 6 2। 2 ਤੇ ਵੰਡਿਆ 1331। 1331 ਦਾ ਯਾਦ ਆਇਆ? ਕੁਛ ਯਾਦ ਆਇਆ? ਪਿਛਲੇ ਲੈਕਚਰ 'ਚ ਗੱਲ ਕੀਤੀ ਸੀ ਮੈਂ ਤੁਹਾਨੂੰ ਕੀ ਕਿਹਾ ਸੀ? ਕੁਝ ਕੁ ਘਨ ਯਾਦ ਰੱਖਣੇ ਆ। 7 ਦਾ, 11 ਦਾ, ਇੱਕ 13 ਦਾ। ਕਿਉਂਕਿ ਇਹ ਅਭਾਜ ਸੰਖਿਆਵਾਂ ਦੇ ਘਨ ਹੋਣ ਕਰਕੇ ਇਹ ਕਿਸੇ ਵੀ ਹੋਰ ਪਹਾੜੇ ਤੇ ਨਹੀਂ ਵੰਡੇ ਜਾਂਦੇ। ਤਾਂ ਇੱਥੇ ਬੜਾ ਤੁਸੀਂ ਕੋਈ ਮਰਜ਼ੀ ਕੋਸ਼ਿਸ਼ ਕਰਿਓ, ਸਿਰਫ ਇਹਨਾਂ ਤੇ ਹੀ ਵੰਡੇ ਜਾਣਗੇ। ਤਾਂ 1331 ਕਿਸ ਤੇ ਗਿਆ? 11 ਤੇ।
क्योंकि 11 का घन है 121, फिर ये गया 11 ते, तो अपने कोल कितना आ गया देखो, हल किया आ बन गया। हुण इत्थे 10,648 2 गुना 2 गुना 2 गुना 11 गुना 11 गुना 11। हुण आपां की कढना है, घनमूल। मैं इहदा सिंबल ही लेके चल रहा, तिकड़ी एक बार, तिकड़ी एक बार, तो जो इहदा घनमूल है वह कितना आ गया, 22 आ गया। बिल्कुल से वही सिस्टम चल रहा अपना। हुण आपां अगली एग्जाम्पल की गल करते हैं। 13,824 का घनमूल, 2 दे पहाड़ ते वंडिया 6 18 9 12, फिर 2 ते वंडिया 34 दूनी 68 5 6, 2 ते वंडिया 1728, 2 ते वंडिया 864, 2 ते वंडिया 432, 2 ते वंडिया 216, 2 ते वंडिया 108, 2 ते वंडिया 54। हुण मैं थोड़ा इधर लिख रहा क्योंकि क्वेश्चन वड्डा जा रहा है। 2 ते वंडिया 27, 3 ते वंडिया 9, 3 ते वंडिया 3 1, तो 13,824 किहदे बराबर आ गया, 1 2 3 4 5 6 7 8 9, तो 2 आ गए, 1 2 3 4 5 6 7 8 9, 3 3 आ गए, 3 3 3, ते हुण घनमूल 13,824, 1 2 बार 2 आ रहे, 1 आ रहा, 1 2 बार 1 2 बार 1 3 बार, 2 दूनी 4 4 दूनी 8 8 तिया 24, तो 13,824 का जो घनमूल है वो कितना आ गया, कितना आ गया जी, 24 आ गया। तो देखो कॉन्सैप्ट सिंपल है, बस आप गुणनखंड बनाने हैं, उमें आप हल करांगे। वर्गमूल भी सेम करते सी, बस फर्क की है, वर्गमूल दे विच आपां 2 दे विचों एक साझा कढ़दे सी, ते घनमूल दे विच की है, आपां 3 दे विचों एक साझा कढ़दे हां। अगली एग्जाम्पल 15,625, पिछे 5 है, 5 दे पहाड़ ते 5 तिया 15, 5 एकम 5 25, 5 ते वंडिया 6 5 30 12 2 25, 5 ते वंडिया 125, 5 ते वंडिया 25, 5 ते वंडिया 5, 5 ते वंडिया 1, तो जो 15,625 है वो किहदे बराबर आ गया, 1 2 3 4 5 6 बार अपने कोले 5 आ गया। तो फिर घनमूल 1 तिकड़ी 5 बार, दूसरी तिकड़ी 5 बार, 5 5 ही कितना हो गया 25, तो फिर 15,625 का जो घनमूल है कितना हो गया 25। अगली उदाहरण 17,576 का घनमूल, पिछे जोटा है 2 ते वंडिया गया, 8 दूनी 16 15 7 दूनी 14 17 8 दूनी 16 8 दूनी 16, फिर 2 ते गया 6 8 9 4, 2 ते गया 21 दूनी 42 19 9 7, 2197 आ गया। किहड़े पहाड़ ते वंडिया जाऊ, जिहड़ी मैं गल लिखी सी, ये 13 का घन है, ये किसी भी होर पहाड़े ते नहीं वंडिया जाता, तो डायरैक्ट ये 13 ते वंडिया जाऊगा। 13 ते वंड के देखियो ये कितना आ जाऊगा 169, फिर 13 ते वंडिया 13, तो बार बार मैं एको गल कह रहा 7 11 13, कम से कम इन्हां 3 संख्यावां दे घन तुहाडे याद होने चाहिए ने। तो 17,576 2 गुना 2 गुना 2 गुना 13 गुना 13 गुना 13, ते घनमूल 17,576 का कितना हो गया, 1 2 बार 1 13 बार, 13 दूनी 26, तो 17,576 का जो घनमूल है वो कितना आ गया 26 आ। हुण आपां कुछ होर एग्जाम्पल लैके गल करते हैं। एग्जाम्पल है 46,656 का वर्गमूल घनमूल, तो 46,656 का घनमूल जोटे वाली संख्या है
2 ਤੇ ਵੰਡਿਆ 2 दूनी 4 3 दूनी 6 3 दूनी 6 28 फिर 2 ਤੇ ਵੰਡਿਆ 11 13 6 दूनी 12 12 6 4 दूनी 8 2 ਤੇ ਵੰਡਿਆ 5 दूनी 10 1 16 8 दूनी 16 3 दूना 6 2 दूनी 4 2 ਤੇ ਵੰਡਿਆ 2 दूनी 4 1 18 9 16 2 ਤੇ ਵੰਡਿਆ 4 5 8 2 ਤੇ ਵੰਡਿਆ 7 2 9 3 ਤੇ ਵੰਡਿਆ 2 4 3 3 ਤੇ ਵੰਡਿਆ 8 ਤੀਆ 24 81 ਹੁਣ 81 ਨੂੰ ਫਿਰ 3 ਤੇ ਵੰਡਿਆ 27 ਤੀਆ 81 9 ਤੀਆ 27 ਤੀਓ ਤੀਓ 9 3 ਏਕਮ 3 ਤਾਂ ਆਪਣੇ ਕੋਲੇ 46656 ਕਿਹਦੇ ਬਰਾਬਰ ਆ ਗਿਆ 1 2 3 4 5 6 6 6 ਵਾਰ ਤਾਂ 2 ਆ ਗਿਆ ਉਦੋਂ ਬਾਅਦ 1 2 3 4 5 6 6 ਵਾਰ ਆਪਣੇ ਕੋਲੇ 3 ਆ ਗਿਆ 6 ਵਾਰ 3 ਆ ਗਿਆ ਹੁਣ ਆਪਾਂ ਘਨਮੂਲ ਕੱਢਣਾ ਹੈ 46656 ਦਾ ਤਾਂ ਘਨਮੂਲ ਲਈ ਤਿੱਕੜੀ 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 ਤਾਂ 1 2 ਇੱਥੋਂ ਆ ਗਿਆ 1 2 ਇੱਥੋਂ ਆ ਗਿਆ 1 3 ਇੱਧਰੋਂ ਆ ਗਿਆ 1 3 ਇੱਧਰੋਂ ਆ ਗਿਆ 2 दूनी 4 4 ਤੀਏ 12 12 ਤੀਏ 36 ਤਾਂ 46656 ਦਾ ਜਿਹੜਾ ਘਨਮੂਲ ਹੈ ਉਹ ਕਿੰਨਾ ਆ ਗਿਆ 36 ਜਾਂ 36 ਦੀ ਜਦੋਂ 3 ਵਾਰ ਗੁਣਾ ਕਰਾਂਗੇ ਅਗਰ ਤੁਸੀਂ ਆਪਣਾ ਆਨਸਰ ਚੈੱਕ ਕਰਨਾ ਚਾਹੁੰਦੇ ਹੋ ਕਿਉਂਕਿ ਆਪਾਂ ਨੂੰ ਪਤਾ ਜਦੋਂ ਇਹਦੀ 3 ਵਾਰ ਗੁਣਾ ਕਰਾਂਗੇ ਹੱਲ ਕਰਕੇ ਆਪਣੇ ਕੋਲੇ ਆ ਸੰਖਿਆ ਆ ਜਾਊਗੀ ਤੁਸੀਂ ਆਪਣਾ ਆਨਸਰ ਵੀ ਚੈੱਕ ਕਰ ਸਕਦੇ ਹੋ ਅਗਲੀ ਇੱਕ ਐਗਜ਼ਾਮਪਲ ਹੋਰ ਲੈ ਕੇ ਚੱਲਦੇ ਹਾਂ 91125 ਪਿੱਛੇ 5 ਆ ਗਿਆ 5 ਦੇ ਪਹਾੜੇ ਤੇ 5 ਏਕਮ 5 4 ਬਚ ਗਏ 41 8 5 40 1 ਬਚ ਗਿਆ 11 5 दूनी 10 1 ਬਚ ਗਿਆ 12 5 दूनी 10 5 5 25 ਫਿਰ 5 ਤੇ ਗਿਆ 5 ਤੀਆ 15 3 ਬਚ ਗਏ 2 32 6 5 30 2 ਬਚ ਗਏ 22 5 ਚੌਕਾ 20 2 ਬਚ ਗਏ 5 5 5 25 5 7 5 35 1 ਬਚ ਗਿਆ 14 5 दूनी 10 4 5 45 9 5 45 3 ਦੇ ਪਹਾੜੇ ਤੇ ਗਿਆ 243 ਦੇਖੋ ਆ ਚੀਜ਼ ਬਣ ਗਈ ਦੁਬਾਰਾ ਸਾਰੀ 3 ਤੇ ਗਿਆ 81 ਤੀਆ 243 3 ਤੇ ਗਿਆ 27 3 ਤੇ ਗਿਆ 9 ਤੀਆ 27 ਤੀਓ ਤੀਓ 9 3 ਏਕਮ 3 ਤਾਂ 91125 ਕਿਹਦੇ ਬਰਾਬਰ ਆ ਗਿਆ 5 ਗੁਣਾ 5 ਗੁਣਾ 5 3 ਗੁਣਾ 3 ਗੁਣਾ 3 3 ਗੁਣਾ 3 ਗੁਣਾ 3 ਤੇ ਘਨਮੂਲ 91125 1 5 1 3 1 3 5 ਤੀਏ 15 15 ਤੀਏ 45 ਤਾਂ ਜਿਹੜਾ ਇਹਦਾ ਘਨਮੂਲ ਹੈ ਕਿੰਨਾ ਆ ਗਿਆ 45 ਆ ਗਿਆ ਜਾਂ 45 ਨੂੰ ਜਦੋਂ 3 ਵਾਰ ਗੁਣਾ ਕਰਾਂਗੇ ਆਪਣਾ ਕਿੰਨਾ ਆਨਸਰ ਆ ਜਾਣਾ ਹੈ 91125 ਥੋੜੀ ਜਿਹੀ ਆਪਾਂ ਵੱਡੀ ਸੰਖਿਆ ਲੈ ਕੇ ਚੱਲਦੇ ਹਾਂ 1,10,592 ਪਿੱਛੇ ਜੁੱਟ ਹੈ 2 ਤੇ ਵੰਡਿਆ 5 दूनी 10 1 ਬਚ ਗਿਆ 5 दूनी 10 2 दूनी 4 1 ਬਚ ਗਿਆ 9 दूनी 18 6 दूनी 12 2 ਤੇ 27 दूनी 54 12 6 दूनी 12 4 8 2 ਤੇ 2 ਏਕਮ 2 3 दूना 6 1 16 8 दूनी 16 2 4 ਫਿਰ 2 ਤੇ ਵੰਡਿਆ 6912 ਫਿਰ 2 ਤੇ ਵੰਡਿਆ ਗਿਆ 3456 ਫਿਰ 2 ਤੇ ਵੰਡਿਆ ਗਿਆ 1728 2 ਤੇ ਵੰਡਿਆ ਗਿਆ 864 864 2 ਤੇ ਵੰਡਿਆ ਗਿਆ 432 2 ਤੇ ਵੰਡਿਆ ਗਿਆ 216 ਫਿਰ 2 ਤੇ ਵੰਡਿਆ 108 ਫਿਰ 2 ਤੇ ਵੰਡਿਆ 54 2 ਤੇ ਵੰਡਿਆ ਗਿਆ 27 3 9 27 ਤੀਓ ਤੀਓ 9 3 ਏਕਮ 3 ਤਾਂ ਆਪਾਂ ਜੋ ਹੱਲ ਕੀਤਾ ਦੇਖੋ ਕੀ ਬਣ ਗਿਆ ਆ ਬਣ ਗਿਆ ਤੁਸੀਂ ਇੱਥੇ ਡਾਇਰੈਕਟ ਵੀ ਲਿਖ ਸਕਦੇ ਹੋ ਮਤਲਬ ਜਿਵੇਂ ਆਪਾਂ ਇੱਥੇ ਮੈਂ 91125 ਨੂੰ ਲਿਖਿਆ ਹੈ
अगर तुसी डायरैक्ट घनमूल लिखना चाहो, ਤੁਹਾਨੂੰ ਲੱਗ ਰਿਹਾ ਵੀ ਜ਼ਿਆਦਾ ਨਹੀਂ ਲਿਖਣਾ, ਤੁਸੀਂ ਡਾਇਰੈਕਟ ਲਿਖਣਾ, ਕੋਈ ਗੱਲ ਨਹੀਂ, ਆਪਾਂ ਡਾਇਰੈਕਟ ਘਨਮੂਲ ਨੂੰ ਲਿਖਾਂਗੇ। ਦੇਖੋ ਕਿਵੇਂ, 3 ਨੇ 1 2 ਬਾਰ, 3 ਨੇ 1 2 ਬਾਰ, 1 ਆ ਰਿਹਾ 2 ਆ ਰਹੇ, 3 ਹੋ ਗਏ, 1 2 ਬਾਰ, 3 ਆ ਰਹੇ 1 2 ਬਾਰ, 3 ਆ ਰਹੇ 1 3 ਬਾਰ। ਦੇਖੋ ਆਪਾਂ ਇੱਥੇ ਹੀ ਬਣਾਤੇ ਟਿਕੜੀਆਂ, ਉੱਥੇ ਆਪਾਂ ਡਾਇਰੈਕਟ ਲਿਖ ਕੇ ਬਣਾਉਂਦੇ ਸੀ, ਉਹ ਵੀ ਇੱਕੋ ਗੱਲ ਹੈ। ਤੁਸੀਂ ਡਾਇਰੈਕਟ ਇੱਥੇ ਬਣਾ ਦਿਓ ਤਾਂ ਵੀ ਕੋਈ ਦਿੱਕਤ ਨਹੀਂ। 2 दूनी 4, 4 दूनी 8, 8 दूनी 16, 16 3 48, ਤਾਂ 1,10,592 ਦਾ ਜਿਹੜਾ ਘਨਮੂਲ ਹੈ ਉਹ ਕਿੰਨਾ ਆ ਗਿਆ ਆਪਣੇ ਕੋਲੇ? 48 ਆ ਗਿਆ। ਜਾਂ 48 ਨੂੰ ਜਦੋਂ ਆਪਾਂ 3 ਵਾਰ ਗੁਣਾ ਕਰਾਂਗੇ ਆਪਣਾ ਕਿੰਨਾ ਆਨਸਰ ਆਊਗਾ? 1,10,592। ਇੱਕ ਐਗਜ਼ਾਮਪਲ ਆਪਾਂ ਹੋਰ ਲੈ ਕੇ ਚੱਲਦੇ ਹਾਂ, ਇਸੇ ਟਾਈਪ ਥੋੜੀ ਵੱਡੀ ਐਗਜ਼ਾਮਪਲ ਹੈ 1,75,616। ਜੋਟੇ ਵਾਲੀ ਸੰਖਿਆ ਹੈ, 2 ਤੇ ਵੰਡਿਆ, 8 दूनी 16 1 15, 7 दूनी 14 1, 8 दूनी 16, 0 2 0 0 16 8, 2 ਤੇ ਗਿਆ। 4 दूनी 8, 3 दूनी 6 1 18, 9 दूनी 18, 0 4, 2 ਤੇ ਗਿਆ। 2 दूनी 4, 2 एकम 2 19, 9 दूनी 18 1 10, 5 दूनी 10, 2 दूनी 4, 2 ਤੇ ਗਿਆ। 10 दूनी 20, 9 दूनी 18 1 15, 7 6, 2 ਤੇ ਗਿਆ। 5 4 8 3 8 सॉरी, फिर 2 ਤੇ ਗਿਆ। 2 7 4 4, 2 एकम 2, 3 दूना 6 1 4, 7 दूनी 14, 2 दूनी 4, 2 ਤੇ ਗਿਆ। 6 दूनी 12 1 7, 8 दूनी 16 12, 6 दूनी 12, 2 ਤੇ ਗਿਆ। 3 4 3, 343 ਕਿਸ ਤੇ ਵੰਡਿਆ ਜਾਊਗਾ? ਦੱਸੋ, ਯਾਦ ਕਰੋ ਆਪਾਂ ਜੋ ਗੱਲ ਕੀਤੀ ਸੀ। ਮੈਂ ਕਿਹੜੇ ਕਿਹੜੇ ਘਨ ਯਾਦ ਕਰਨ ਨੂੰ ਕਿਹਾ ਸੀ ਤੁਹਾਨੂੰ? 7 11 13। ਮੈਂ ਬਾਰ-ਬਾਰ ਦੇਖੋ ਰਿਪੀਟ ਕਰ ਰਿਹਾ ਇਹਨਾਂ ਨੂੰ ਤਾਂ ਕਿ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਜਾਣ। 11 ਦਾ 13 31, 13 ਦਾ ਆਪਾਂ ਲਿਖ ਰੱਖਿਆ 1397। ਤਾਂ 343 ਕਿਸ ਤੇ ਵੰਡਿਆ ਗਿਆ? 7 ਤੇ। 4 9 7 ਤੇ 1। ਹੁਣ ਆਪਾਂ ਕੀ ਕੱਢਣਾ ਹੈ? ਘਨਮੂਲ। 1,75,616। ਤਿੱਕੜੀ 1 2 ਬਾਰ, 1 ਤਿੱਕੜੀ 1 2 ਬਾਰ, 1 ਤਿੱਕੜੀ 1 2 ਬਾਰ, ਤਿੱਕੜੀ 1 7 ਬਾਰ। 2 दूनी 4, 4 दूनी 8, 8 7 56। ਤਾਂ 56 ਕਿਹਦਾ ਘਨਮੂਲ ਹੈ? 1,75,616, ਜਿਸ ਦਾ ਘਨਮੂਲ 56 ਆ ਗਿਆ। ਜਾਂ 56 ਦੀ ਜਦੋਂ 3 ਵਾਰ ਗੁਣਾ ਕਰਾਂਗੇ ਆਪਣੇ ਕੋਲ ਕੀ ਆ ਜਾਣਾ ਹੈ? 1,75,616। ਤਾਂ ਇਹ ਸੀ ਦੋਸਤੋ ਆਪਣਾ ਟੌਪਿਕ ਘਨਮੂਲ। ਥੈਂਕ ਯੂ।